ओंकार 12वीं पौड़ी 7वीं। पौड़ी ब्रह्मा वड्डा अखाए दा नाभ कवल दी नाल समाना आवागमन अनेक जुग ओढ़क विच हो है राणा। वाहिगुरु जी का खालसा वाहिगुरु जी की फतेह। ब्रह्मा वड्डा अखाए दा भाई गुरदास जी ਇੱਥੇ ਬਰਮਾ ਜੋ ਦੇਵਤਾ ਹੈ ਜਿਹੜਾ ਕਿ ਸ੍ਰਿਸ਼ਟੀ ਨੂੰ ਜਿਹੜਾ ਹੈ ਰਚਣ ਵਾਲਾ ਬਣਾਉਣ ਵਾਲਾ ਹੈ। ਜਿਵੇਂ ਤਿੰਨ ਵੱਡੇ ਦੇਵਤੇ ਨੇ ਜਿਹੜੇ ਮਾਇਆ ਦੇ ਕਰਕੇ ਜਦੋਂ ਮਾਇਆ ਪਰਮੇਸ਼ਰ ਨੇ ਰਚਨਾ ਕੀਤੀ ਰਜੋ ਤਮੋ ਤੇ ਸਤੋ ਤਾਂ ਇਸ ਕਰਕੇ ਤਿੰਨ ਦੇਵਤਿਆਂ ਦੀ ਜਿਹੜੀ ਹਨ ਪੈਦਾਇਸ਼ ਹੋਈ। ਸਭ ਤੋਂ ਪਹਿਲਾਂ ਵਿਸ਼ਨੂੰ ਜੀ ਦੀ ਹੋਈ ਤੇ ਉਸ ਤੋਂ ਬਾਅਦ ਬਰਮਾ ਤੇ ਸ਼ਿਵ ਜੀ। ਸੋ ਇਸ ਪ੍ਰਕਾਰ ਕਰਕੇ ਬਰਮਾ ਦੁਨੀਆ ਨੂੰ ਬਣਾਉਂਦਾ ਹੈ, ਵਿਸ਼ਨੂੰ ਦੀ ਡਿਊਟੀ ਹੈ ਦੁਨੀਆ ਨੂੰ ਪਾਲਣ ਦੀ ਤੇ ਸ਼ਿਵ ਜੀ ਦੀ ਸੰਘਾਰ ਕਰਨ ਦੀ, ਖਤਮ ਕਰਨ ਦੀ। ਸੋ ਇੱਥੇ ਭਾਈ ਗੁਰਦਾਸ ਜੀ ਆਪਾਂ ਨੂੰ ਸਮਝਾਉਂਦੇ ਹਨ, ਕਹਿੰਦੇ ਜਿਹੜਾ ਬਰਮਾ ਹੈ, ਕਹਿੰਦੇ ਬਰਮਾ ਵੱਡਾ ਅਖਾਏ ਦਾ, ਭਾਵੇਂ ਬਰਮਾ ਸਭ ਤੋਂ ਵੱਡਾ ਆਪਣੇ ਆਪ ਨੂੰ ਅਖਾਉਣ ਲੱਗਿਆ। ਕਹਿੰਦੇ ਉਹ ਵਾਰਤਾ ਹੈ ਜਿਸ ਵੇਲੇ ਜਿਹੜਾ ਹੈ ਵਿਸ਼ਨੂੰ ਨੇ ਆਪਣੀ ਧੁਨੀ ਦੇ ਵਿੱਚੋਂ ਜਿਹੜਾ ਹੈ ਇੱਕ ਕਵਲ ਫੁੱਲ ਪੈਦਾ ਹੋਇਆ। ਉਸ ਦੇ ਧੁਨੀ ਵਿੱਚੋਂ ਜੋ ਕਵਲ ਫੁੱਲ ਪੈਦਾ ਹੋਇਆ, ਨਾਲੀ ਜਿਹੜੀ ਹੈ ਉਹ ਧੁਨੀ ਤੱਕ ਗਈ ਤੇ ਇਹ ਕਵਲ ਫੁੱਲ ਦੇ ਵਿੱਚੋਂ ਬਰਮਾ ਪੈਦਾ ਹੋਇਆ। ਬਰਮਾ ਨੇ ਪੈਦਾ ਹੋ ਕਰਕੇ ਕੀ ਕੀਤਾ, ਉਸ ਵੇਲੇ ਉਹਨੇ ਜਿਹੜਾ ਹੈ 4 ਵੇਦ ਉਚਾਰਨ ਕਰਤੇ। ਫਿਰ ਉਸਨੇ ਕੀ ਕੀਤਾ, ਪਰਮਾਤਮਾ ਦੀ ਸ਼ਕਤੀ ਨੂੰ ਪਾ ਕੇ ਉਹਨੇ ਦੁਨੀਆ ਦੀ ਰਚਨਾ ਕਰ ਦਿੱਤੀ। ਤਾਂ ਉਸ ਵੇਲੇ ਜਦੋਂ ਉਹਨੇ ਦੁਨੀਆ ਵੱਲ ਦੇਖਿਆ, ਕਹਿੰਦਾ ਜਾਂ ਤਾਂ ਮੈਂ ਹਾਂ ਜਾਂ ਕਵਲ ਫੁੱਲ ਹੈ, ਇੱਥੇ ਤਾਂ ਹੋਰ ਕੋਈ ਵੀ ਨਹੀਂ ਹੈਗਾ, ਇਸ ਅਸੀਂ ਦੋਵੇਂ ਹੀ ਹਾਂ। ਮਤਲਬ ਕਿ ਜਾਂ ਮੈਂ ਹਾਂ ਜਾਂ ਕਵਲ ਫੁੱਲ ਹੈ, ਇਸ ਤੋਂ ਇਲਾਵਾ ਇੱਥੇ ਕੋਈ ਵੀ ਨਹੀਂ ਹੈ। ਇਸ ਕਰਕੇ ਉਹਨੂੰ ਹੰਕਾਰ ਹੋ ਗਿਆ ਕਿ ਮੈਂ ਹੀ ਸਭ ਕੁਝ ਹਾਂ, ਮੈਂ ਹੀ ਸਭ ਕੁਝ ਬਣਾਉਂਦਾ ਹਾਂ, ਮੈਂ ਹੀ ਹਾਂ, ਇੱਥੇ ਮੈਂ ਇਕੱਲਾ ਹੀ ਹਾਂ। ਜਦੋਂ ਇਹ ਹੰਕਾਰ ਹੋਇਆ ਤਾਂ ਉਸ ਵੇਲੇ ਆਕਾਸ਼ਬਾਣੀ ਹੋਈ ਕਿ ਬਰਮਾ ਤੈਨੂੰ ਪੈਦਾ ਕਰਨ ਵਾਲਾ ਇਹ ਕਵਲ ਫੁੱਲ ਹੈ। ਤਾਂ ਉਸ ਵੇਲੇ ਬਰਮਾ ਨੇ ਉਹ ਗੁੱਸਾ ਚੜ੍ਹਿਆ, ਉਸਨੇ ਕੀ ਕੀਤਾ, ਇਹ ਕਵਲ ਫੁੱਲ ਤੇ ਲੱਤ ਮਾਰੀ, ਉਹ ਕਵਲ ਫੁੱਲ ਥੱਲੇ ਨੂੰ ਹੋ ਗਿਆ। ਦੂਸਰੀ ਵਾਰੀ ਇਹਨੇ ਫੇਰ ਲੱਤ ਮਾਰੀ, ਉਹ ਕਵਲ ਫੁੱਲ ਹੋਰ ਥੱਲੇ ਨੂੰ ਹੋ ਗਿਆ। ਤੀਜੀ ਵਾਰੀ ਉਹ ਕਵਲ ਫੁੱਲ ਜਿਹਦੇ ਉੱਤੇ ਖੜਾ ਸੀਗਾ ਉਹ ਟਿਲਟ ਹੋ ਗਿਆ। ਤੀਜੀ ਵਾਰੀ ਇਹਨੇ ਲੱਤ ਮਾਰੀ ਤਾਂ ਇਹ ਤਿਲਕ ਕੇ ਜਿਹੜਾ ਹੈ ਉਹ ਕਵਲ ਫੁੱਲ ਦੇ ਸੈਂਟਰ ਦੇ ਵਿੱਚ ਜਾ ਡਿੱਗਿਆ। ਤੇ ਡਿੱਗਣ ਸਾਰ ਕੀ ਹੋਇਆ, ਉਸਦੀ ਨਾਲੀ ਵਿੱਚ ਇਹ ਡਿੱਗ ਪਿਆ। ਇਹਦਾ ਸਿਰ ਥੱਲੇ ਨੂੰ ਹੈ, ਲੱਤਾਂ ਉੱਤੇ ਨੂੰ ਹੈ। ਸੋ ਇਸ ਪ੍ਰਕਾਰ ਕਰਕੇ ਬਰਮਾ ਜਿਹੜਾ ਹੈ ਇਹ ਨਾਲੀ ਦੇ ਵਿੱਚ ਡਿੱਗਦਾ ਗਿਆ। ਕਹਿੰਦੇ ਹਨ ਕਿੰਨਾ ਕੁ ਚਿਰ ਇਹ ਡਿੱਗਿਆ, 18 ਯੁੱਗਾਂ ਵਾਸਤੇ ਇਹ ਡਿੱਗਿਆ ਥੱਲੇ। 18 ਯੁੱਗ, ਇੱਕ ਯੁੱਗ ਦਾ ਹਿਸਾਬ ਕਰ ਲਓ ਤੁਸੀਂ, 4.32 ਮਿਲੀਅਨ ਜਿਹੜਾ ਮਹਾਯੁੱਗ ਹੈ, ਇਹ 18 ਯੁੱਗਾਂ ਵਾਸਤੇ ਜਿਹੜਾ ਥੱਲੇ ਡਿੱਗਿਆ। ਸੋ ਜਿਹੜਾ ਹੈ ਹੁਣ ਦੇਖੋ 18 ਟਾਈਮਸ 4.32 ਮਿਲੀਅਨ ਈਅਰਸ ਇਹ ਡਿੱਗਦਾ ਹੀ ਗਿਆ, ਸਿਰ ਥੱਲੇ ਨੂੰ ਪੈਰ ਉੱਤੇ ਨੂੰ, ਡਿੱਗਦਿਆਂ ਹਜੇ ਵੀ ਅੰਤ ਨਹੀਂ ਆਉਂਦਾ ਸੀ ਉਹ ਨਾਲੀ ਦਾ, ਕਵਲ ਫੁੱਲ ਦੀ ਜਿਹੜੀ ਨਾਲੀ ਹੈ। ਫਿਰ ਇਹਨੇ ਪ੍ਰਾਰਥਨਾ ਕੀਤੀ, ਹੇ ਪਰਮੇਸ਼ਰ ਮੈਨੂੰ ਮਾਫ ਕਰ ਦੇ, ਮੈਨੂੰ ਹੰਕਾਰ ਹੋ ਗਿਆ। ਤਾਂ ਉਸ ਵੇਲੇ ਪਰਮਾਤਮਾ ਨੇ ਫਿਰ ਮਾਫੀ ਦਿੱਤੀ। ਫਿਰ ਇਹਨੂੰ 18 ਯੁੱਗ ਲੱਗੇ ਮੁੜ ਕੇ ਉੱਤੇ ਆਉਣ ਨੂੰ, 18 ਯੁੱਗ। ਇਸ ਪ੍ਰਕਾਰ ਕਰਕੇ ਬ੍ਰਹਮਾ ਕਵਲ ਫੁੱਲ ਦੀ ਨਾਲੀ ਦੇ ਵਿੱਚ 36 ਯੁੱਗਾਂ ਵਾਸਤੇ, 36 ਯੁੱਗਾਂ ਵਾਸਤੇ ਉਸ ਨਾਲੀ ਵਿੱਚ ਹੀ ਰਿਹਾ। ਉਹ ਨਾਲੀ ਦਾ ਅੰਤ ਨਹੀਂ ਪਾ ਸਕਿਆ। ਇਸ ਕਰਕੇ ਪਰਮੇਸ਼ਰ ਕਹਿੰਦੇ, ਹੇ ਬ੍ਰਹਮਾ ਤੂੰ ਅੰਤ ਪਰਮੇਸ਼ਰ ਦਾ ਕੀ ਪਾਉਣਾ ਹੈ, ਤੈਨੂੰ ਤਾਂ ਨਾਲੀ ਦਾ ਹੀ ਇਹਦਾ ਅੰਤ ਨਹੀਂ ਪਿਆ, ਇਹ ਕਵਲ ਫੁੱਲ ਦੀ ਨਾਲੀ ਦਾ ਵੀ ਤੂੰ ਅੰਤ ਨਾ ਪਾ ਸਕਿਆ। ਤਾਂ ਇਸ ਪ੍ਰਕਾਰ ਕਰਕੇ ਬਰਮਾ ਜਿਹੜਾ ਹੈ ਉਸਦਾ ਇਹ ਹਾਲ ਹੋਇਆ। ਸੋ ਇਹੀ ਜਿਹੜਾ ਹੈ ਵਾਰਤਾ ਨੂੰ ਲੈ ਕੇ ਭਾਈ ਗੁਰਦਾਸ ਜੀ ਆਪਾਂ ਨੂੰ ਸਮਝਾਉਂਦੇ ਨੇ। ਦੇਖੋ ਭਾਵੇਂ ਬਰਮਾ ਵੱਡਾ ਅਖਾਏ ਦਾ, ਉਹ ਆਪਣੇ ਆਪ ਨੂੰ ਅਖਾਉਂਦਾ ਹੈ, ਆਪਣੇ ਆਪ ਨੂੰ ਦੱਸਦਾ ਹੈ ਕਿ ਮੈਂ ਵੱਡਾ ਹਾਂ। ਨਾਭ ਕਵਲ ਦੀ ਨਾਲ ਸਮਾਣਾ, ਉਹ ਨਾਭ ਕਮਲ ਦੇ ਵਿੱਚ ਡਿੱਗ ਕੇ ਉਹਦੇ ਵਿੱਚ ਸਮਾਣਾ ਕੀਤਾ। 36 ਯੁੱਗਾਂ ਵਾਸਤੇ ਡਿੱਗਦਾ ਰਿਹਾ। ਆਵਾਗਮਨ ਅਨੇਕ ਯੁੱਗ, ਕਹਿੰਦੇ ਕਿ ਅਨੇਕਾਂ ਹੀ ਯੁੱਗ, 36 ਯੁੱਗਾਂ ਵਾਸਤੇ ਉਹ ਜਿਹੜਾ ਹਨ ਉਹਦੇ ਵਿੱਚ ਡਿੱਗਦਾ ਰਿਹਾ। ਇੰਨੇ ਯੁੱਗ ਸੰਸਾਰ ਦੇ ਬਦਲ ਗਏ, ਪਲਟ ਗਏ ਤੇ ਬਰਮਾ ਹਜੇ ਨਾਲੀ ਵਿੱਚ ਫਸਿਆ ਹੋਇਆ ਸੀ। ਓੜਕ ਵਿੱਚ ਹੋ ਹੈ ਰਾਣਾ, ਕਹਿੰਦੇ ਓੜਕ ਵਿੱਚ ਅਖੀਰ ਕਰ ਜਿਹੜਾ ਹੈ ਉਹ ਹੈਰਾਨ ਹੋ ਗਿਆ। ਉਹਨੇ ਦੇਖਿਆ ਵੀ ਹਾਂ ਪਰਮਾਤਮਾ ਵੀ ਹੈ, ਮੇਰੇ ਤੋਂ ਇਲਾਵਾ ਪਰਮਾਤਮਾ ਵੀ ਹੈ। ਕਹਿੰਦੇ ਇਸੇ ਤਰ੍ਹਾਂ ਦੀ ਇੱਕ ਹੋਰ ਜਿਹੜੀ ਹੈ ਇੱਕ ਸਾਖੀ ਆਉਂਦੀ ਹੈ। ਇੱਕ ਰਿਸ਼ੀ ਹੈ
ਜਿਹਨੂੰ ਮੰਨਿਆ ਹੈ ਕਿ ਇਹ ਚਿਰੰਜੀਵੀ ਜਿਹੜਾ ਹੈ ਰਿਸ਼ੀ ਹੈ। ਇਸ ਦਾ ਨਾਂ ਹੈ ਬਗਦਾਲਬ। ਬਗਦਾਲਬ ਇਹ ਰਿਸ਼ੀ ਹੈ ਜਿਹਦੀ ਉਮਰ ਬਹੁਤ ਲੰਮੀ ਹੈ, ਕਿਤੇ ਐਂਡ ਨਹੀਂ ਹੁੰਦੀ। ਇੱਕ ਵਾਰ ਬਰਮਾ ਇਹਦੇ ਕੋਲ ਗਿਆ ਤੇ ਬਗਦਾਲਬ ਰਿਸ਼ੀ ਨੇ ਦੇਖਿਆ ਵੀ ਇਹ ਤਾਂ ਇੱਕ ਬੱਚਾ ਜਿਹਾ ਹੀ ਆ ਰਿਹਾ, ਉਹਦੇ ਵਾਸਤੇ ਬਰਮਾ ਵੀ ਇੱਕ ਬੱਚਾ ਹੈ, ਕਿਉਂਕਿ ਉਹਨੇ ਆਪਣੀ ਉਮਰ 'ਚ ਕਈ ਬਰਮਾ ਬਦਲਦੇ ਦੇਖ ਲਏ। ਤੇ ਕਹਿੰਦਾ ਇਹ ਬੱਚਾ ਜਿਹਾ ਹੀ ਆ, ਬਰਮਾ ਤੁਰਿਆ ਆਉਂਦਾ। ਉਹਨੇ ਉੱਠ ਕੇ ਸਤਿਕਾਰ ਨਾ ਕੀਤਾ। ਜਦੋਂ ਨਹੀਂ ਸਤਿਕਾਰ ਕੀਤਾ ਤਾਂ ਉਸ ਵੇਲੇ ਪਰਮਾਤਮਾ ਨੇ ਦੇਖਿਆ ਵੀ ਇਹ ਦੋਵੇਂ ਹੰਕਾਰੀ ਨੇ। ਨਾ ਇਹਨੇ ਉਹਨੂੰ ਨਮਸਕਾਰ ਕੀਤੀ ਜਿਹੜਾ ਵੱਡਾ ਜਾਣ ਕੇ, ਨਾ ਉਹ ਬਗਦਾਲਬ ਰਿਸ਼ੀ ਨੇ ਇਹਨੂੰ ਐਕਨੋਲੇਜ ਕੀਤਾ ਵੀ ਬਰਮਾ ਹੈ। ਕਹਿੰਦੇ ਦੋਵੇਂ ਹੰਕਾਰੀ ਨੇ। ਕਹਿੰਦੇ ਉੱਥੇ ਹਵਾ ਆਈ ਜੀ, ਪਰਮਾਤਮਾ ਨੇ ਇੱਕ ਹਵਾ ਚਲਾਈ, ਇਹ 4 ਮੂੰਹਾਂ ਵਾਲਾ ਜਿਹੜਾ ਬਰਮਾ ਸੀ ਇਹਨੂੰ ਵੀ ਉਡਾ ਕੇ ਲੈ ਗਈ, ਉਹ ਬਗਦਾਲਬ ਰਿਸ਼ੀ ਨੂੰ ਵੀ ਉਡਾ ਕੇ ਲੈ ਗਈ। ਉੱਥੇ ਗਏ ਜਿੱਥੇ 8 ਮੂੰਹਾਂ ਵਾਲਾ ਬਰਮਾ ਬੈਠਾ ਹੈ, 8 ਮੂੰਹ ਵਾਲਾ, ਇਹ ਤੋਂ ਡਬਲ ਮੂੰਹ। ਇਹਦੇ 4 ਨੇ, ਉਹਦੇ 8 ਨੇ। ਉਹਨੇ ਵੀ ਨਹੀਂ ਇਹਨਾਂ ਦਾ ਸਤਿਕਾਰ ਕੀਤਾ, ਨਾ ਇਹਨੇ ਉਹਨਾਂ ਦਾ ਕੀਤਾ। ਫਿਰ ਹਵਾ ਚੱਲੀ। ਹੁਣ ਉਹ ਹਵਾ ਚੱਲੀ, ਉੱਥੇ ਪਹੁੰਚ ਗਏ ਜਿੱਥੇ 16 ਮੂੰਹ ਵਾਲਾ ਬਰਮਾ ਬੈਠਾ ਹੈ, ਤੇ ਉਹਨੇ ਵੀ ਨਹੀਂ ਇਹਨਾਂ ਦਾ ਸਤਿਕਾਰ ਕੀਤਾ, ਇਹਨਾਂ ਨੇ ਉਹਦਾ ਨਹੀਂ ਕੀਤਾ। ਫਿਰ ਹਵਾ ਆਈ ਜੀ, ਉਹ ਇਹਨਾਂ ਨੂੰ ਸਾਰਿਆਂ ਨੂੰ ਚੱਕ ਕੇ ਫੇਰ ਲੈ ਗਈ। ਫਿਰ 32 ਮੂੰਹ ਵਾਲਾ ਜਿਹੜਾ ਹੈ ਉਹਦੇ ਕੋਲ ਲੈ ਕੇ ਗਏ ਬਰਮਾ, ਜਿਹੜਾ 32 ਮੂੰਹ ਵਾਲਾ ਜਿਹੜਾ ਬਰਮਾ ਹੈ। ਫਿਰ ਉਹੀ ਗੱਲ ਹੋਈ, ਕਿਸੇ ਨੇ ਇੱਕ ਦੂਜੇ ਦਾ ਸਤਿਕਾਰ ਨਹੀਂ ਕੀਤਾ। ਫਿਰ ਹਵਾ ਆਈ, ਫਿਰ ਉਡਾ ਕੇ ਲੈ ਕੇ ਗਏ। ਫਿਰ ਜਿਹੜਾ 64 ਮੂੰਹ ਵਾਲੇ ਬਰਮਾ ਕੋਲ ਚਲੇ ਗਏ। ਅਖੀਰ ਕਰਦੇ ਉੱਥੇ ਜਾ ਕੇ ਵੀ ਇਹਨਾਂ ਦਾ ਹੰਕਾਰ ਨਾ ਮੁੱਕਿਆ। ਅਖੀਰ ਤੱਕ ਕੀ ਹੋਇਆ, ਹਵਾ ਉਡਾ ਕੇ ਲਈ 1000 ਮੂੰਹ ਵਾਲੇ ਬਰਮਾ ਕੋਲ ਚਲੇ ਗਏ। ਜਦੋਂ ਉਹਦੇ ਕੋਲ ਗਏ ਨਾ, ਉਹ 1000 ਮੂੰਹ ਵਾਲੀ ਬਰਮਾ ਨੇ ਉੱਠ ਕੇ ਤੇ ਆ ਕੇ ਇਹਨਾਂ ਦਾ ਸਤਿਕਾਰ ਕੀਤਾ, ਇਹਨਾਂ ਨੂੰ ਮੱਥਾ ਟੇਕਿਆ। ਕਹਿੰਦਾ ਜੀ ਆਇਆਂ ਨੂੰ, ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਇਹਨਾਂ ਨੂੰ ਵੀ ਫਿਰ ਨਮਸਕਾਰ ਕਰਨੀ ਪਈ, ਕਿਉਂਕਿ 1000 ਮੂੰਹ ਵਾਲਾ ਬਰਮਾ ਹੈ। ਤੇ ਉਸ ਵੇਲੇ ਉਹਨੇ ਫਿਰ ਦੱਸਿਆ, ਕਹਿੰਦਾ ਦੇਖੋ ਭਾਈ, ਹੰਕਾਰ ਨਾ ਕਰੋ। ਕਹਿੰਦਾ ਇਹ ਤਾਂ ਉਹਨੂੰ ਮੱਥੇ ਟੇਕਣ ਲੱਗੇ ਵੀ 1000 ਮੂੰਹ ਵਾਲਾ ਕਿਤੇ ਦੇਖਿਆ ਨਹੀਂ ਸੀ। ਬੜਾ ਇਹਨਾਂ ਨੇ ਨਮਸਕਾਰ ਕੀਤੀ। ਉਹਨੇ ਪਤਾ ਇਹਨਾਂ ਨੂੰ ਕੀ ਕਿਹਾ, ਕਹਿੰਦਾ ਦੇਖੋ ਭਾਈ, ਤੁਸੀਂ ਆਏ ਹੋ ਨਾ, ਕਹਿੰਦਾ ਮੈਂ ਵੀ ਵੱਡਾ ਨਹੀਂ, ਕਹਿੰਦਾ ਮੇਰੇ ਵਰਗੇ ਜਿਹੜੇ ਹਨ ਕਰੋੜਾਂ, 10s of million ਮੇਰੇ ਵਰਗੇ ਪਰਮਾਤਮਾ ਦੇ ਰੋਮ ਦੇ ਵਿੱਚ ਵਸਦੇ ਆ। ਕਹਿੰਦੇ ਪਰਮਾਤਮਾ ਤਾਂ ਐਡਾ ਵੱਡਾ ਹੈ, ਤੁਸੀਂ ਕੀ ਹੰਕਾਰ ਕਰਦੇ ਆਪਣੇ ਵੱਡੇ ਪੜ੍ਹਿਆਂ ਦਾ, ਉਹ ਕਿੱਡਾ ਵੱਡਾ ਹੈ ਪਰਮਾਤਮਾ। ਤਾਂ ਉਸ ਵੇਲੇ ਜਿਹੜਾ ਹੈ, ਜਿਵੇਂ ਗੁਰਬਾਣੀ ਵਿੱਚ ਲਿਖਿਆ ਨਾ, ਕੋਟ ਬਰਮੇ ਜਗ ਸਾਜਨ ਲਾਏ, ਕਰੋੜਾਂ ਹੀ ਮਹਾਰਾਜ ਨੇ ਬਰਮੇ ਲਾਏ ਹੋਏ ਹਨ, ਜਿਵੇਂ ਇੱਥੇ ਸੰਸਾਰ 'ਚ ਕੰਟਰੈਕਟਰ ਲੱਗੇ ਹੁੰਦੇ ਨੇ। ਕਹਿੰਦੇ ਪਰਮਾਤਮਾ ਨੇ ਇਹ ਸੰਸਾਰ ਨੂੰ ਰਚਣ ਵਾਸਤੇ ਕਰੋੜਾਂ ਹੀ ਬਰਮਾ ਲਾਏ ਹੋਏ ਨੇ। ਤੇ ਦਸਮ ਗ੍ਰੰਥ ਦੀ ਬਾਣੀ ਵਿੱਚ ਵੀ ਆਉਂਦਾ ਹੈ ਨਾ, ਸਹੰਸਰ ਮੁਖਣ ਕਾ ਬਰਮਾ ਦੇਖਾ। ਦੇਖੋ ਇਹ ਸਾਖੀ ਨੂੰ ਦੱਸਦੇ ਨੇ ਸ੍ਰੀ ਦਸਮ ਗ੍ਰੰਥ ਵਿੱਚ, ਕਹਿੰਦੇ ਸਹੰਸਰ ਮੁਖਣ ਕਾ ਬਰਮਾ ਦੇਖਾ, ਤੋ ਨਾ ਤੁਮਰਾ ਅੰਤ ਬਸੇਖਾ। ਫਿਰ ਵੀ ਇਹ ਪਰਮਾਤਮਾ ਤੇਰਾ ਅੰਤ ਨਹੀਂ, ਭਾਵੇਂ ਤੂੰ 1000 ਮੂੰਹ ਵਾਲਾ ਵੀ ਬਰਮਾ ਬਣਾ ਸਕਦਾ ਹਾਂ। ਕਹਿੰਦੇ ਕੋਟ ਇੰਦਰ ਬਰਮਾ ਕੀਤੇ, ਰਵ ਸਸ ਕਰੋੜ ਜਲੇਸ। ਸੋ ਇਹ ਵੀ ਜਿਹੜਾ ਹਨ ਦਸਮ ਗ੍ਰੰਥ ਦੀ ਬਾਣੀ ਹੈ। ਦੇਖੋ ਮਹਾਰਾਜ ਨੇ ਆਪਾਂ ਨੂੰ ਦੱਸਿਆ ਹੈ, ਦੇਖੋ ਪਰਮਾਤਮਾ ਕਿੱਡਾ ਬੇਅੰਤ ਹੈ। ਇਸ ਕਰਕੇ ਹੋਏ ਹੈ, ਉਹ ਹੈਰਾਨ ਹੋ ਗਿਆ ਬਰਮਾ, ਇਸ ਕਰਕੇ ਹੈਰਾਨ ਹੋ ਗਿਆ ਕਿ ਮੇਰੇ ਤੋਂ ਵੱਡਾ ਦੇ ਪਰਮਾਤਮਾ ਕਿੱਡਾ ਵੱਡਾ ਹੈ। ਹਾਂਜੀ, ਓੜਕ ਕੀਤੋਸ ਆਪਣਾ ਆਪ। ਦੇਖੋ ਓੜਕ ਕੀਤੋਸ ਆਪਣਾ ਆਪ। ਹਾਂਜੀ, ਸੋ ਉਹ ਪਰਮਾਤਮਾ ਨੇ ਆਪਣਾ ਆਪ ਹੀ ਕੀਤਾ ਹੋਇਆ ਹੈ। ਭਾਵੇਂ ਉਹਨੇ ਬਰਮਾ ਤੋਂ ਕਰਾ ਲਿਆ, ਭਾਵੇਂ ਕਿਸੇ ਹੋਰ ਤੋਂ ਕਰਾ ਲਿਆ, ਉਹਨੇ ਕੀਤਾ ਤਾਂ ਆਪਣਾ ਹੀ ਕੰਮ ਹੈ ਨਾ, ਹੈ ਤਾਂ ਉਹ ਪਰਮਾਤਮਾ ਹੀ ਹੈ। ਕਹਿੰਦੇ ਕਿ ਓੜਕ ਅਖੀਰ ਕਰ ਜਿਹੜਾ ਥੱਲਾ ਜਿਹੜਾ ਹੈ ਥੱਕ ਜਾਂਦਾ ਹੈ ਬੰਦਾ, ਉਹਦਾ ਬੇਅੰਤ ਪਾਉਂਦਾ, ਬੰਦੇ ਦਾ ਆਪਣਾ ਅੰਤ ਹੋ ਜਾਂਦਾ ਹੈ। ਇਸ ਕਰਕੇ ਆਪ ਗਨਾਇਆ ਭਰਮ ਭੁਲਾਣਾ। ਦੇਖੋ ਜਿਹਨੇ ਆਪਣੇ ਆਪ ਨੂੰ ਗਨਾ ਲਿਆ, ਜਿਹਨੇ ਆਪਣੇ ਆਪ ਤੇ ਹੰਕਾਰ ਕਰ ਲਿਆ, ਜਿਵੇਂ ਬਰਮਾ ਨੇ ਕੀਤਾ ਹੈ, ਕਹਿੰਦੇ ਜੇ ਉਹਨੇ ਆਪਣੇ ਆਪ ਤੇ ਹੰਕਾਰ ਕਰਕੇ ਜਿਹੜਾ ਹੈ ਭਰਮ ਵਿੱਚ ਭੁੱਲ ਗਿਆ। ਜਦੋਂ ਜਿਹੜਾ ਹੈ ਦੇਖੋ ਹੰਕਾਰ ਕਰਕੇ ਬੰਦਾ ਭਰਮ ਵਿੱਚ ਭੁੱਲਦਾ ਹੈ। ਇਹ ਪੰਕਤੀ ਬਹੁਤ ਇੰਪੋਰਟੈਂਟ ਹੈ, ਕਿਉਂਕਿ ਓੜਕ ਕੀਤੋਸ ਆਪਣਾ ਆਪ। ਅਖੀਰ ਕਰ ਪਰਮਾਤਮਾ ਆਪਣਾ ਆਪ ਹੀ ਹੈ, ਉਹ ਆਪਣਾ ਆਪ ਹੀ ਕੀਤਾ ਤੇ ਆਪਣਾ ਆਪ ਹੀ ਕਰਾਇਆ ਹੈ। ਇਸ ਕਰਕੇ ਕਹਿੰਦੇ ਅਖੀਰ ਤੇ ਤਾਂ ਉਹ ਪਰਮਾਤਮਾ ਆਪ ਹੀ ਆਪ ਹੈ। ਪਰ ਜਦੋਂ ਆਪਾਂ ਆਪਣੇ ਆਪ ਨੂੰ ਪ੍ਰੋਕਲੇਮ ਕਰਦੇ ਆ ਨਾ, ਆਪਾਂ ਆਪਣੇ 'ਚ ਹਉਮੈ ਉਠਾਉਂਦੇ ਆ ਨਾ, ਤਾਂ ਉਦੋਂ ਕੀ ਹੁੰਦਾ, ਆਪ ਗਨਾਇਆ। ਆਪਾਂ ਆਪਣੇ ਆਪ ਨੂੰ ਜਦੋਂ ਗਨਾਉਂਦੇ ਆ, ਗਿਣਦੇ ਹਾਂ ਵੀ ਮੈਂ ਵੀ ਹੈਗਾ, ਮੈਂ ਕੁਝ ਹਾਂ, ਤਾਂ ਕਹਿੰਦੇ ਭਰਮ ਭੁਲਾਣਾ। ਇੱਥੇ ਭਰਮ ਵਿੱਚ ਆਪਾਂ ਭੁੱਲਦੇ ਹਾਂ। ਇਹੀ ਸਭ ਤੋਂ ਵੱਡਾ ਭਰਮ ਹੈ। ਇਹੀ ਭਰਮ ਵਿੱਚ ਆਪਾਂ ਭੁੱਲੇ ਰਹਿੰਦੇ ਹਾਂ। ਚਾਰੇ ਵੇਦ ਵਖਾਣ ਦਾ। ਕਹਿੰਦੇ ਦੇਖੋ ਚਾਰੇ ਵੇਦ ਵਖਾਣ ਦਾ, ਐਡਾ ਗਿਆਨ ਦੁਨੀਆ ਦਾ। ਚਾਰੇ ਵੇਦ ਜਿਹੜੇ ਹਨ,
ਦੇਖੋ ਏਡੇ ਵੱਡਾ ਜਿਹੜਾ ਬਰਮਾ ਹੈ, ਐਡਾ ਸਿਆਣਾ ਸਕਾਲਰ ਹੈ ਜਿਹਨੇ 4 ਵੇਦ ਲਿਖ ਦਿੱਤੇ। ਹਾਂਜੀ, ਸ਼ਾਮ ਵੇਦ, ਰਿਗ ਵੇਦ, ਯੁਜਰ ਵੇਦ ਤੇ ਜਿਹੜਾ ਅਥਰਵਨ ਵੇਦ, ਇਹ ਸਾਰੇ ਵੇਦ ਲਿਖ ਦਿੱਤੇ ਜੀ ਬਰਮਾ ਨੇ। ਕਿੱਡਾ ਵੱਡਾ ਗਿਆਨੀ ਹੈ। ਕਹਿੰਦੇ ਪਰ ਚਤੁਰਮੁਖੀ ਹੋਏ ਖਰਾ ਸਿਆਣਾ। ਹਾਂ, ਚਤੁਰਮੁਖੀ 4 ਮੂੰਹ ਵਾਲਾ ਬਰਮਾ ਇਹ ਆਪਣੇ ਆਪ ਨੂੰ ਸਿਆਣਾ ਖਵਾਉਂਦਾ ਹੈ। ਖੜਾ ਹੋ ਕੇ ਕਹਿੰਦਾ ਮੈਂ ਸਿਆਣਾ ਹਾਂ ਕਿਉਂਕਿ ਮੈਂ ਇਹ ਦੁਨੀਆ ਨੂੰ ਗਿਆਨ ਦਿੱਤਾ ਹੈ। ਸਭ ਤੋਂ ਪਹਿਲਾ ਗਿਆਨ ਦੁਨੀਆ ਦਾ ਕੀ ਹੈ? ਵੇਦ। ਕਹਿੰਦੇ ਵੇਦ ਨੂੰ ਲਿਖਣ ਵਾਲਾ ਉਹ ਬਰਮਾ, ਜਿਹੜਾ ਸਾਰੀ ਦੁਨੀਆ ਨੂੰ ਗਿਆਨ ਦੇਣ ਵਾਲਾ, ਪ੍ਰਕਿਰਤੀ ਸੰਸਕ੍ਰਿਤੀ ਨੂੰ ਬਣਾਉਣ ਵਾਲਾ ਉਹ ਬਰਮਾ ਜਿਹੜਾ ਹੈ। ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਨਾਭ ਕਮਲ ਤੇ ਬਰਮਾ ਉਪਜੇ, ਵੇਦ ਪੜੇ ਮੁਖ ਕੰਠ ਸਵਾਰ। ਕਹਿੰਦੇ ਤਾਂ ਕਉ ਅੰਤ ਨਾ ਜਾਈ ਲਖਣਾ, ਆਵਤ ਜਾਤ ਰਹੇ ਗੁਬਾਰ। ਸੋ ਮਹਾਰਾਜ ਗੁਜਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਜੋ 489 ਅੰਗ ਤੇ ਹੈ। ਮਹਾਰਾਜ ਨੇ ਇਹ ਦੱਸਿਆ ਤੇ ਸਤਿਗੁਰੂ ਜੀ ਅੱਗੇ ਵੀ ਦੱਸਦੇ ਹਨ, ਨਾਲ ਕੁਟੰਬ ਸਾਥ ਵਰਦਾਤਾ, ਬਰਮਾ ਭਾਲਨ ਸ੍ਰਿਸ਼ਟ ਗਿਆ। ਤੇ ਮਹਾਰਾਜ ਕਹਿੰਦੇ ਆ, ਅੱਗੇ ਅੰਤ ਨਾ ਪਾਇਓ ਤਾਂਕਾ, ਕੰਸ ਛੇਦ ਕੀਆ ਵੱਡਾ ਭਇਆ। ਸੋ ਇਹ ਵੀ ਸ਼ਬਦ ਜਿਹੜਾ ਹੈ 350 ਅੰਗ ਤੇ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ। ਸੋ ਆਸਾ ਰਾਗ ਦਾ ਸ਼ਬਦ ਹੈ। ਸੋ ਇਸ ਪ੍ਰਕਾਰ ਕਰਕੇ ਨਾ ਦੇਖੋ ਮਹਾਰਾਜ ਨੇ ਕਿੰਨਾ ਆਪਾਂ ਨੂੰ ਇੱਥੇ ਸਮਝਾਇਆ ਹੈ। ਕਹਿੰਦੇ ਦੇਖੋ ਭਾਈ ਗੁਰਦਾਸ ਜੀ ਕਹਿੰਦੇ ਇਹ 4 ਵੇਦ ਨੂੰ ਵਿਖਾਉਣ ਵਾਲਾ ਵੀ, ਖੜਾ ਹੋ ਕੇ ਸਿਆਣਾ ਅਖਾਉਣ ਵਾਲਾ, ਦੇਖੋ ਅੱਗੇ ਨੇ ਕੀ ਕੀਤਾ, ਲੋਕਾਂ ਨੂੰ ਸਮਝਾਏ ਦਾ। ਦੇਖੋ ਲੋਕਾਂ ਨੂੰ ਸਮਝਾਉਂਦਾ ਹੈ ਬਰਮਾ। ਵੇਦ ਲਿਖ ਕੇ ਕਹਿੰਦਾ ਇਹ ਕਰੋ, ਉਹ ਨਾ ਕਰੋ, ਇਹ ਕਰੋ, ਇਵੇਂ ਕਰੋ, ਸਮਝਾਉਂਦਾ ਹੈ, ਲੋਕਾਂ ਨੂੰ ਗਿਆਨ ਦਿੰਦਾ ਹੈ। ਦੇਖ ਸਰਸਤੀ ਰੂਪ ਲੁਭਾਣਾ। ਕਹਿਣ ਲੱਗੇ ਸਰਸਵਤੀ ਨੂੰ ਦੇਖ ਕੇ ਆਪ ਲੁਭਾਣਾ ਹੋ ਗਿਆ। ਕੀ ਹੋਇਆ? ਕਹਿੰਦੇ ਬਰਮਾ ਨੇ ਇੱਕ ਪੁੱਤਰੀ ਜਿਹੜਾ ਹਨ ਪੈਦਾ ਕੀਤੀ, ਇੱਕ ਪੁੱਤਰੀ ਬਣਾਈ, ਇੱਕ ਧੀ ਬਣਾਈ। ਜਦੋਂ ਬਰਮਾ ਨੇ ਜਿਹੜਾ ਹਨ ਉਹ ਪੁੱਤਰੀ ਬਹੁਤ ਸੁੰਦਰ ਸੀ, ਉਹ ਪੁੱਤਰੀ ਨੂੰ ਦੇਖ ਕੇ ਬਰਮਾ ਆਪ ਲੁਭਾਏਵਾਨ ਹੋ ਗਿਆ ਉਹਦੇ ਉੱਤੇ। ਕੀ ਹੋਇਆ? ਉਹ ਪੁੱਤਰੀ ਨੇ ਜਦੋਂ ਦੇਖਿਆ ਵੀ ਮੇਰਾ ਪਿਤਾ ਬਰਮਾ ਜਿਹੜਾ ਮੇਰੇ ਤੇ ਲੁਭਾਏਵਾਨ ਹੋ ਗਿਆ, ਉਹ ਪੁੱਤਰੀ ਕੀ ਹੋਇਆ, ਉਹਨੇ ਖੱਬੇ ਪਾਸੇ ਨੂੰ ਹੋ ਗਈ ਦੀ ਨਿਗਾਹ ਤੋਂ। ਬਰਮਾ ਨੇ ਦੂਜਾ ਸਿਰ ਲਾ ਲਿਆ। ਜਦੋਂ ਉਹ ਪੁੱਤਰੀ ਨੇ ਦੇਖਿਆ ਵੀ ਹਜੇ ਵੀ ਮੇਰੇ ਵੱਲ ਦੇਖ ਲਿਆ, ਦੂਜਾ ਮੂੰਹ ਲਾ ਕੇ ਉਹ ਪਿੱਛੇ ਨੂੰ ਹੋ ਗਈ, ਤਾਂ ਇਹਨੇ ਪਿੱਛੇ ਵੀ ਇੱਕ ਮੂੰਹ ਲਾ ਲਿਆ, ਇੱਕ ਸਿਰ ਪਿੱਛੇ ਲਾ ਲਿਆ। ਤੇ ਫਿਰ ਉਹ ਸੱਜੇ ਪਾਸੇ ਹੋਈ, ਉਹਨੇ ਸੱਜੇ ਪਾਸੇ ਆਪਣਾ ਮੂੰਹ ਕਰ ਲਿਆ। ਸੋ 4 ਮੂੰਹਾਂ ਵਾਲਾ ਬਰਮਾ ਇਸ ਤਰ੍ਹਾਂ ਬਣਿਆ। ਫਿਰ ਉਹ ਪੁੱਤਰੀ ਨੇ ਸੋਚਿਆ ਵੀ ਇਹ ਤਾਂ ਮਾੜੀ ਗੱਲ ਹੈ, ਉਹ ਉੱਤੇ ਆਕਾਸ਼ ਵੱਲ ਉੱਡ ਗਈ। ਤਾਂ ਬਰਮਾ ਨੇ ਸਿਰ ਇੱਕ ਉੱਤੇ ਵੀ ਲਾ ਲਿਆ। ਸੋ 5 ਸਿਰਾਂ ਵਾਲਾ, ਇਸ ਕਰਕੇ ਇਹਨੂੰ ਪੰਚਾਇਨ ਵੀ ਕਹਿੰਦੇ ਹਨ। ਸੋ ਇਹਨੂੰ ਪੰਚਾਇਨ ਇਸ ਕਰਕੇ ਕਹਿੰਦੇ 5 ਸਿਰਾਂ ਵਾਲਾ। ਪਰ ਉਸ ਵੇਲੇ ਉਹ ਪੁੱਤਰੀ ਨੇ ਫਿਰ ਯਾਦ ਕੀਤਾ ਸ਼ਿਵ ਜੀ ਨੂੰ, ਸ਼ਿਵ ਜੀ ਦੀ ਪ੍ਰਾਰਥਨਾ ਕੀਤੀ ਤੇ ਸ਼ਿਵ ਜੀ ਨੇ ਆ ਕੇ ਉਸ ਬਰਮਾ ਦਾ 5ਵਾਂ ਸਿਰ ਕੱਟ ਦਿੱਤਾ। ਜਦੋਂ ਨੇ ਬਰਮਾ ਦਾ ਸਿਰ 5ਵਾਂ ਕੱਟਿਆ ਤਾਂ ਉਹ ਸਿਰ ਜਿਹੜਾ ਸੀ ਜਾ ਕੇ ਜਿਹੜਾ ਹੈ ਸ਼ਿਵ ਜੀ ਦੇ ਹੱਥ ਨੂੰ ਜੁੜ ਗਿਆ। ਸੋ ਹੱਥ ਨਾਲ ਜੁੜ ਗਿਆ, ਉਹ ਲੱਥਦਾ ਨਹੀਂ ਸੀ। ਤਾਂ ਉਸ ਵੇਲੇ ਸ਼ਿਵ ਜੀ ਨੇ ਜਿਹੜਾ ਹੈ ਉਸ ਵੇਲੇ ਜਿਹੜਾ ਹੈ ਧੱਪਾ ਲੈ ਕੇ ਜਿਹੜਾ ਹੈ ਉਹਨੇ ਉਹ ਸਿਰ ਨੂੰ ਲਾਇਆ। ਜਦੋਂ ਲਾਇਆ, ਇਸ ਕਰਕੇ ਜਿਹੜਾ ਜਿੱਥੇ ਇਹ ਸਿਰ ਨੂੰ ਲਾਇਆ ਉਹਨੂੰ ਕਪਾਲੀ ਕਹਿੰਦੇ ਹਾਂ, ਉਹ ਕਪਾਲੀ ਤੀਰਥ ਬਣਿਆ। ਸੋ ਕਪਾਲੀ ਇਸ ਕਰਕੇ ਵੀ ਉਹਨੇ ਆਪਣਾ ਜਿਹੜਾ ਸਿਰ ਲੱਗਿਆ ਹੋਇਆ ਉਹ ਵੱਢਿਆ ਜਿਹੜਾ ਹੈ। ਫਿਰ ਇਸੇ ਕਰਕੇ ਜਿਹੜਾ ਹੈ ਇਹ ਗੱਲ ਮਹਾਭਾਰਤ ਵਿੱਚ ਵੀ ਆਉਂਦੀ ਹੈ। ਜਿਹੜਾ ਨੀਲਕੰਠ ਲਿਖਦਾ ਹੈ ਨਾ, ਉਹ ਕਹਿੰਦਾ ਮਹਾਭਾਰਤ 'ਚ ਉਹਨੇ ਲਿਖਿਆ ਬਰਮਾ ਨੇ ਆਪਣੀ ਪੁੱਤਰੀ ਨਾਲ ਮਿਰਗ ਰੂਪ ਹੋ ਕੇ ਭੋਗ ਕੀਤਾ ਸੀ। ਕਹਿੰਦੇ ਇਸ ਪਰ ਸ਼ਿਵ ਜੀ ਨੇ ਉਸ ਦਾ ਸਿਰ ਵੱਢ ਦਿੱਤਾ। ਇਸੀ ਸਿਰ ਮਿਰਗ ਸ਼ਿਰਾ ਨਛੱਤਰ ਹੈ। ਕਹਿੰਦੇ ਮਿਰਗ ਜਿਹੜਾ ਹੈ ਮਿਰਗ ਸਿਰਾ ਨਛੱਤਰ ਉਹ ਬਣਿਆ, ਉਹਦਾ ਸਿਰ ਜਿਹੜਾ ਉੱਡ ਕੇ ਆਕਾਸ਼ ਵੱਲ ਗਿਆ। ਤੇ ਇਸੇ ਪ੍ਰਕਾਰ ਜਿਹੜਾ ਹੈ ਇਹ ਬਰਮਾ ਦੇ ਐਸੇ ਜਿਹੜੇ ਹਨ ਕਾਰਨਾਮੇ ਨੇ। ਕਹਿੰਦੇ ਦੇਖੋ ਸਿੱਖਿਆ ਦਿੰਦਾ ਹੈ ਤੇ ਆਪ ਲੁਭਾਏਮਾਨ ਹੋ ਗਿਆ, ਇਨ ਤੋਂ ਆਪਣਾ ਵੀ ਕਾਮ ਸੰਭਾਲਿਆ ਨਾ ਗਿਆ। ਚਾਰੇ ਵੇਦ ਗਵਾਏ ਕੈ। ਦੇਖੋ ਸਾਰੇ 4 ਵੇਦਾਂ ਦਾ ਜਿਹੜਾ ਗਿਆਨ ਗਵਾ ਦਿੱਤਾ ਇਹਨੇ, ਇਹਨੂੰ ਕੋਈ ਵੀ ਇਹਦੇ ਪੱਲੇ ਨਾ ਪਿਆ। ਕਾਮ ਕ੍ਰੋਧ ਲੋਭ ਹੰਕਾਰ ਵਿੱਚ ਤਾਂ ਬ੍ਰਹਮਾ ਵੀ ਫਸ ਗਿਆ। ਗਰਭ ਗਰੂਰੀ ਕਰ ਪਛਤਾਣਾ। ਕਹਿਣਗੇ ਗਰਭ ਕਰਕੇ ਹੰਕਾਰ ਕਰਕੇ ਜਿਹੜਾ ਹੈ ਹੰਕਾਰ ਦੀ ਮਸਤੀ ਦੇ ਵਿੱਚ, ਹੰਕਾਰ ਦੇ ਨਸ਼ੇ ਦੇ ਵਿੱਚ ਕਹਿੰਦੇ ਇਹਨੇ ਆਪਣੇ ਆਪ ਨੂੰ ਗਵਾ ਲਿਆ। ਕਰ ਪਛਤਾਣਾ, ਫਿਰ ਪਛਤਾਇਆ। ਬਰਮੇ ਨੂੰ ਵੀ ਪਛਤਾਉਣਾ ਪਿਆ ਕਿਉਂਕਿ ਇਹਦੇ ਤੋਂ ਵੀ ਕਾਮ ਕ੍ਰੋਧ ਲੋਭ ਹੰਕਾਰ ਨਹੀਂ ਛੁੱਟਿਆ। ਅਕਥ ਕਥਾ ਨੇਤ ਨੇਤ ਵਖਾਣਾ। ਦੇਖੋ ਪਰਮਾਤਮਾ ਦੀ ਜਿਹੜੀ ਅਕਥ ਕਥਾ ਹੈ ਨਾ, ਕਹਿੰਦੇ ਉਹਨੂੰ ਨੇਤ ਬੇਅੰਤ ਕਰਕੇ ਹੀ ਵਖਾਣ ਕਰਨਾ ਪੈਂਦਾ ਹੈ। ਇਸ ਕਰਕੇ ਬਰਮਾ ਜਿਹੜਾ ਹੈ ਦੇਖੋ ਉਹਦਾ ਹੰਕਾਰ ਕਿਦੋਂ ਆਇਆ? ਜਦੋਂ ਉਹਨੇ ਆਪਣੇ ਆਪ ਨੂੰ ਵੱਡਾ ਮੰਨਿਆ, ਜਦੋਂ ਉਹਨੇ ਜਾਣਿਆ ਕਿ ਮੈਂ ਹਾਂ ਜਾਂ ਕਵਲ ਫੁੱਲ ਹੈ, ਹੋਰ ਕੁਝ ਨਹੀਂ ਹੈਗਾ। ਤਾਂ ਉਹਨੇ ਜਦੋਂ ਇਹ ਜਾਣਿਆ ਉਹਦੇ ਵਿੱਚ ਹੰਕਾਰ ਆ ਗਿਆ ਤੇ ਭਰਮ ਵਿੱਚ ਉਹ ਭੁੱਲ ਗਿਆ। ਭਰਮ ਵਿੱਚ ਭੁੱਲਣ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨੂੰ ਤੇ ਵਿਆਪ ਗਏ।
ਉਹਦੇ ਕਰਕੇ ਫਿਰ ਉਹਨੇ ਪਾਪ ਕੀਤਾ, ਆਪਣੀ ਪੁੱਤਰੀ ਤੇ ਲੁਭਾਇਮਾਨ ਹੋਇਆ। ਸੋ ਇਸ ਕਰਕੇ ਕਹਿੰਦੇ ਦੇਖੋ ਨਾ, ਕਹਿੰਦੇ 4 ਵੇਦਾਂ ਨੂੰ ਜਿਹੜਾ ਉਚਾਰਨ ਵਾਲਾ ਐਡਾ ਵੱਡਾ ਗਿਆਨੀ ਵੀ ਕਾਮ ਕ੍ਰੋਧ ਵਿੱਚ ਫਸ ਜਾਂਦਾ ਹੈ। ਦੇਖੋ ਐਸੇ ਪਰਬਲ ਨੇ ਇਹ ਜਿਹੜੇ ਵਿਸ਼ੇ ਵਿਕਾਰ ਨੇ, ਇਹ ਵੱਡੇ ਵੱਡੇ ਗਿਆਨੀਆਂ ਨੂੰ ਨਹੀਂ ਛੱਡਦੇ। ਇਸ ਕਰਕੇ ਮਹਾਰਾਜ ਕਹਿੰਦੇ ਹਨ ਇੱਥੇ, ਭਾਈ ਗੁਰਦਾਸ ਜੀ ਕਹਿੰਦੇ ਦੇਖੋ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤਾਂ ਐਸੇ ਨੇ, ਕਹਿੰਦੇ ਅਕਥ ਕਥਾ ਉਹ ਗੁਰਬਾਣੀ ਜਿਹੜੀ ਗੁਰੂ ਮਹਾਰਾਜ ਨੇ ਦਿੱਤੀ ਨਾ, ਉਹਦੇ ਵਿੱਚ ਜਿਹੜਾ ਉਹ ਵੇਦਾਂ ਨਾਲੋਂ ਵੱਖਰੀ, ਉਹ ਵੇਦਾਂ ਦਾ ਵੇਦ ਉਹਦੇ ਸਾਰ ਨੇ। ਦੇਖੋ ਵੇਦਾਂ ਦਾ ਜਿਹੜਾ ਵੇਦਾਂ ਤੋਂ ਸ੍ਰਿਸ਼ਟ ਹੈ ਉਹ ਬਾਣੀ ਹੈ, ਕਿਉਂਕਿ ਬਾਣੀ ਪਰਮਾਤਮਾ ਦਾ ਰੂਪ ਹੈ, ਬਾਣੀ ਆਪ ਪਰਮੇਸ਼ਰ ਰੂਪ ਹੈ, ਨਾਮ ਜਿਹੜਾ ਹੈ ਉਹ ਆਪ ਨਾਮੀ ਹੈ। ਇਸ ਕਰਕੇ ਕਹਿੰਦੇ ਅਕਥ ਕਥਾ, ਕਹਿੰਦੇ ਅਕਥ ਕਥਾ ਹੈ ਉਹ ਪਰਮੇਸ਼ਰ ਦੀ, ਕਹਿੰਦੇ ਉਹ ਬਾਣੀ ਰੂਪ ਹੋ ਕੇ ਸੰਸਾਰ ਵਿੱਚ ਆਈ। ਤੇ ਇਸ ਕਰਕੇ ਕਹਿੰਦੇ ਨੇਤ ਨੇਤ ਵਖਾਨਾ, ਉਹਨੇ ਵੀ ਨੇਤ ਨੇਤ ਜਿਹੜਾ ਹਨ ਪਰਮਾਤਮਾ ਨੂੰ ਬੇਅੰਤ ਕਰਕੇ ਹੀ ਜਾਣਿਆ, ਕਿਉਂਕਿ ਬੇਅੰਤ ਦਾ ਰੂਪ ਹੈ, ਉਹ ਕਿਸੇ ਦੇ ਅਧੀਨ ਨਹੀਂ ਹੈ, ਉਹ ਕਿਸੇ ਦੇ ਕੰਟਰੋਲ ਵਿੱਚ ਨਹੀਂ ਹੈ, ਉਹ ਕਿਸੇ ਦੇ ਜਿਹੜੇ ਹਨ ਸਮਝ ਦੇ ਜਿਹੜੇ ਹਨ ਅਨੁਕੂਲ ਨਹੀਂ ਹੈ। ਇਸ ਕਰਕੇ ਉਹ ਬੇਅੰਤ ਹੈ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਹਨ ਆਪਾਂ ਸਿੱਖ ਨੂੰ ਜਿਹੜਾ ਹੈ ਇੱਥੋਂ ਸਿੱਖਿਆ ਲੈਣੀ ਚਾਹੀਦੀ ਹੈ ਵੀ ਬਰਮਾ ਵਰਗੇ ਵੀ ਕੰਮ ਕਰੋ, ਲੋਭ ਹੰਕਾਰ ਤੋਂ ਨਹੀਂ ਛੁੱਟਦੇ, ਜਿੱਥੋਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿੱਖ ਛਡਾ ਦਿੱਤੇ, ਜਿੱਥੇ ਮਹਾਰਾਜ ਨੇ ਦੈਂਤਾਂ ਨੂੰ ਵੀ ਦੇਵਤੇ ਬਣਾ ਦਿੱਤਾ, ਜਿੱਥੇ ਸ਼ੇਰਾਂ ਨੂੰ ਵੀ ਮਾਂ ਛਡਾ ਦਿੱਤਾ, ਮਹਾਰਾਜ ਨੇ ਦੇਖੋ ਕਿੱਡਾ ਵੱਡਾ ਪਰਉਪਕਾਰ ਕੀਤਾ। ਸਤਿਗੁਰੂ ਜੀ ਆਪ ਹੀ ਹਨ ਜੋ ਪਰਮੇਸ਼ਰ ਰੂਪ ਹੋ ਕੇ ਸੰਸਾਰ ਨੂੰ ਤਾਰਦੇ ਹਨ। ਚਾਰੇ ਵੇਦ ਗਵਾਏ ਕੈ ਗਰਭ ਗਰੂਰੇ ਕਰ ਪਛਤਾਣਾ, ਅਕਥ ਕਥਾ ਨੇਤ ਨੇਤ ਵਖਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।